जी रुद्र ध्यान ज्ञान सतगुर के कब जन पल उन्हें जो गावे भले अमरदास गुण तेरे तेरी महिमा तोहे बन आवे सूरज किरण मिले जल का जल हुआ राम ज्योति ज्योत रली संपूर्ण थिया राम पवन में पवन समाया ज्योति में ज्योत रल जाया माटी माटी होई एक रोवन हारे की कवन टेक कौन मुआरे कौन मुआ ब्रह्म ज्ञानी मिल करो विचारा एह तो चलत भया ब्रह्म ज्ञानी मिल करो विचारा एह तो चलत भया। परम सम्मान योग जुगो जुग अटल सरवरे कायनात दे मालक धन धन श्री गुरु ग्रंथ साहब महाराज जी की पावन हजूरी विच जुड़ बैठे सत्संग जनों अज धन धन गुरु अमरदास महाराज तीजे पातशाह जी का ज्योति जोत समाउण का पर्व है। आओ गुरु अमरदास महाराज जी के जीवन बारे आपां विचारां करते हाँ। अज लड़ीवार विचार जिहड़ी है वो नहीं होवेगी क्योंकि उतना समा नहीं हुंदा कि आपां इतिहास दी विचार भी करिए ते नाल शब्द दी विचार भी करिए। दोनों आपस दे विच दोनों ही कंप्लीट नहीं होंदियां। ना शब्द दी विचार ही पूरी हो पाती है ना ही इतिहास दे वो पक्ष जिहड़े ने उस संगत के सामने रखे जाते हैं। इस करके आओ अज गुरु अमरदास महाराज जी के ज्योति जोत समाउण ते जो उन्होंने कृपा की कि एक जीवन की जाच सानू सारियां दी झोली विच उन्होंने पाई किस तरह अपने जीवन नू घड़िया और कितनी मशक्कत की उन्होंने सिक्खी की प्राप्ति वास्ते सिक्खी की कमाई लई। सो सारिया संगतां नूं बेनती है मनोवृत्तियां सारे एकागर करो। प्रेम सहित साहिब कमाल सरमसदानी अमृत के दाते दुष्टवन आपे गुरु चेला कलगीधर पिता गुरु गोबिंद सिंह महाराज की बख्शी फतेह दी सांझ करो। आखो जी वाहिगुरू जी का खालसा वाहिगुरू जी की फतेह। गुरु अमरदास महाराज का पावन प्रकाश 1479 ईस्वी दे विच पिंड वासर के
ਪਿਤਾ ਤੇਜਵਾਨ ਜੀ ਅਤੇ ਮਾਤਾ ਲక్ష్ਮੀ ਜੀ ਦੀ ਕੁੱਖ ਤੋਂ ਹੋਇਆ। ਆਪ ਜੀ ਦਾ ਨਾਮ ਮਾਤਾ ਪਿਤਾ ਨੇ ਅਮਰਦਾਸ ਰੱਖਿਆ। ਆਪ ਜੀ ਦੇ ਪਰਿਵਾਰ ਦੇ ਵਿੱਚ ਸਾਰੇ ਹੀ ਲੋਕ ਗੰਗਾ ਦੇ ਇਸ਼ਨਾਨ ਨੂੰ ਮਾਨ ਸਮਝਦੇ ਸਨ। ਇਸ ਕਰਕੇ ਆਪ ਜੀ ਦੇ ਪਿਤਾ, ਆਪ ਜੀ ਦੇ ਹੋਰ ਭਰਾਤਾ ਵੀ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਜਾਂਦੇ ਸਨ। ਬਚਪਨ ਤੋਂ ਜੋ ਸਨਾਤਨ ਮਤ ਦੀਆਂ ਧਾਰਮਿਕ ਰੁਚੀਆਂ ਹਨ, ਆਪ ਜੀ ਦੇ ਜੀਵਨ ਵਿੱਚ ਘੁੱਟ-ਘੁੱਟ ਕੇ ਭਰੀਆਂ ਹੋਈਆਂ ਸਨ। ਸਨਾਤਨ ਮਤ ਦੇ ਮੁਤਾਬਿਕ ਆਪ ਜੀ ਨੇ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਵੀ ਜਾਣਾ, ਦਾਨ ਪੁੰਨ ਵੀ ਕਰਨਾ। ਮਿੱਥ ਬੋਲੜਾ ਸੁਭਾਅ ਵੀ ਇਤਿਹਾਸਕਾਰ ਲਿਖਦੇ ਨੇ ਕਿ ਬਾਬਾ ਅਮਰਦਾਸ ਜੀ ਦਾ ਰਿਹਾ ਕਿ ਜਿਸ ਦੇ ਕੋਲ ਵੀ ਬੈਠਦੇ, ਜਿਸ ਦੇ ਨਾਲ ਵੀ ਗੱਲਾਂ ਬਾਤਾਂ ਕਰਦੇ, ਉਹਨਾਂ ਨੂੰ ਆਪਣਾ ਬਣਾ ਲੈਂਦੇ ਸਨ। ਅਤੇ ਇਹ ਜਿਹੜੀ ਕਲਾ ਹੈ, ਇਹ ਮਿੱਠ ਬੋਲੜੇ ਸੁਭਾਅ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ ਕਿ ਜਿਹਦਾ ਮਿੱਠ ਬੋਲੜਾ ਸੁਭਾਅ ਹੁੰਦਾ ਹੈ ਉਹ ਬੇਗਾਨੇ ਨੂੰ ਵੀ ਆਪਣਾ ਬਣਾ ਲੈਂਦਾ ਹੈ। ਇੱਕ ਕੌੜਾ ਸੁਭਾਅ ਹੈ ਜਿਹੜਾ ਆਪਣੇ ਨੂੰ ਵੀ ਬੇਗਾਨਾ ਕਰ ਲੈਂਦਾ ਹੈ। ਪਰ ਇੱਕ ਪਿਆਰ ਵਾਲੀ ਸ਼ਖਸੀਅਤ ਨੇ ਬਾਬਾ ਅਮਰਦਾਸ ਜੀ। ਆਪ ਜੀ ਪਹਿਲੇ 40 ਸਾਲ ਆਪਣੇ ਘਰ ਦੇ ਕੰਮਾਂ ਵਿੱਚ, ਪਰਿਵਾਰਕ ਡਿਊਟੀਆਂ ਵਿੱਚ, ਕਿਉਂਕਿ ਸਨਾਤਨ ਮਤ ਦੇ ਵਿੱਚ ਉਸ ਵੇਲੇ ਪਹਿਲੇ ਜਿਹੜੇ ਨੇ 25 ਸਾਲ ਜਿਹੜੇ ਸਨ ਉਹ ਬ੍ਰਹਮਚਾਰਿਆ ਅਵਸਥਾ ਵਿੱਚ ਗੁਜ਼ਾਰਨੇ ਪੈਂਦੇ ਸਨ। 25 ਸਾਲਾਂ ਤੋਂ 50 ਸਾਲਾਂ ਤੱਕ ਗ੍ਰਸਤ ਜੀਵਨ, ਅਤੇ ਗ੍ਰਸਤ ਜੀਵਨ ਦੇ ਵਿੱਚ ਹੀ ਬਹੁਤ ਸਾਰੇ ਜਿਹੜੇ ਸਨ ਉਹ ਧਾਰਮਿਕ ਰਵਾਇਤਾਂ ਦੇ ਵਿੱਚ ਪੈ ਜਾਂਦੇ ਸਨ। ਬਾਬਾ ਅਮਰਦਾਸ ਜੀ ਵੀ 40 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਆਪ ਜੀ ਨੇ ਹਰਿਦੁਆਰ ਦੀ ਯਾਤਰਾ ਕੀਤੀ, ਗੰਗਾ 'ਤੇ ਜਾ ਕੇ ਇਸ਼ਨਾਨ ਕੀਤਾ, ਔਰ ਆਪ ਜੀ ਨੇ ਇਹ ਕਰਮ ਹਰ ਸਾਲ ਦਾ ਬਣਾ ਲਿਆ। ਇਸ ਤਰ੍ਹਾਂ ਲਗਾਤਾਰ ਹਰ ਸਾਲ ਉੱਥੇ ਜਾਣਾ। ਹੋਰ ਵੀ ਨਗਰ ਦੇ ਲੋਕ ਜਾਂਦੇ ਸਨ, ਆਲੇ ਦੁਆਲੇ ਦੇ ਲੋਕ ਜਾਂਦੇ ਸਨ। ਇਸ਼ਨਾਨ ਕਰਨ ਵਾਸਤੇ ਜਾਣਾ ਔਰ ਕਈ ਕਈ ਦਿਨ ਲਾ ਕੇ ਘਰ ਵਾਪਸ ਪਰਤਣਾ। ਬਹੁਤ ਸਾਰੇ ਲੋਕਾਂ ਦੇ ਨਾਲ ਉਹਨਾਂ ਦਾ ਪਿਆਰ ਪੈ ਗਿਆ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਹੁਤ ਸਾਰੇ ਲੋਕਾਂ ਦੇ ਨਾਲ ਉੱਥੇ ਪਿਆਰ ਪੈ ਗਿਆ ਤਾਂ ਉਸ ਵੇਲੇ ਕੁਦਰਤੀ ਹੈ ਕਿ ਹੌਲੀ ਹੌਲੀ ਲੋਕਾਂ ਦਾ ਆਉਣਾ ਜਾਣਾ ਉਹਨਾਂ ਦੇ ਘਰ ਵਿੱਚ ਲੱਗਿਆ ਰਿਹਾ। ਕਿਉਂਕਿ ਪੁਰਾਤਨ ਸਮੇਂ ਵਿੱਚ ਲੋਕਾਂ ਕੋਲ ਕੰਮ ਕਾਜ ਜਿਹੜੇ ਸਨ ਉਹ ਇਤਨੇ ਜ਼ਿਆਦਾ ਨਹੀਂ ਸਨ ਹੁੰਦੇ। ਇਸ ਕਰਕੇ ਲੋਕਾਂ ਨਾਲ ਪਿਆਰ ਹੋਣ ਕਰਕੇ ਆਪ ਜੀ ਦੇ ਨਾਲ ਕੋਈ ਨਾ ਕੋਈ ਆਇਆ ਰਹਿੰਦਾ ਔਰ ਆਪ ਜੀ ਵੀ ਕਿਤੇ ਨਾ ਕਿਤੇ ਤੁਰੇ ਰਹਿੰਦੇ। ਪਰ ਜਦੋਂ ਆਪ ਜੀ ਨੂੰ ਤੀਰਥ ਯਾਤਰਾ ਕਰਦੇ ਕਰਦੇ 21 ਸਾਲ ਹੋ ਗਏ, ਹਰ ਸਾਲ ਬਿਨਾਂ ਨਾਗੇ ਤੋਂ ਸਰਦੀ, ਗਰਮੀ, ਬਰਸਾਤ, ਇਹ ਸਾਰੀਆਂ ਚੀਜ਼ਾਂ ਦੀ ਪਰਵਾਹ ਨਾ ਕੀਤੇ ਬਗੈਰ ਲਗਾਤਾਰ ਇਸ ਨੇਮ ਨੂੰ ਨਿਭਾਉਂਦਿਆਂ ਆਪ ਜੀ ਜਦੋਂ 21ਵੀਂ ਵਾਰੀ ਕਹਿੰਦੇ ਨੇ ਗੰਗਾ ਦੇ ਇਸ਼ਨਾਨ ਵਾਸਤੇ ਗਏ, ਅਤੇ ਕਈ ਸਾਲ ਤੋਂ ਇੱਕ ਵੈਸ਼ਨੂ ਸਾਧੂ ਸੀ, ਉਹ ਹਰ ਸਾਲ ਮਿਲਦਾ ਸੀ, ਗੱਲਾਂ ਬਾਤਾਂ ਹੁੰਦੀਆਂ ਸਨ, ਹਰ ਸਾਲ ਇਹ ਦਾਨ ਪੁੰਨ ਕਰਦੇ ਸਨ, ਅਤੇ ਬਹੁਤ ਗੂੜਾ ਪਿਆਰ ਪੈ ਗਿਆ ਉਸ ਦੇ ਨਾਲ। ਇਹਨਾਂ ਦੇ ਪਿਆਰ ਕਰਕੇ ਉਸਨੇ ਇੱਛਾ ਜ਼ਾਹਿਰ ਕੀਤੀ ਕਿ ਮੇਰਾ ਮਨ ਹੈ ਕਿ ਤੁਹਾਡੇ ਘਰ ਜਾਣ ਵਾਸਤੇ ਕੁਝ ਦਿਨ ਰੁਕ ਕੇ ਆਈਏ, ਪੰਜਾਬ ਦਾ ਮਾਹੌਲ ਕਿੱਦਾਂ ਦਾ ਹੈ ਵੇਖ ਕੇ ਆਈਏ। ਕਿਉਂਕਿ ਉਹ ਪਹਿਲਾਂ ਤਾਂ ਹੀ ਜਿਹੜਾ ਇਲਾਕਾ ਹੈ ਉਹ ਪੰਜਾਬੀ ਬੋਲੀ ਵਾਲਾ ਇਲਾਕਾ ਹੈ, ਵਾਸਰ ਕੇ ਖੰਡੂਰ ਸਾਹਿਬ, ਕਿਉਂਕਿ ਇਹ ਪੁਰਾਤਨ ਪੰਜਾਬ ਦਾ ਇਲਾਕਾ ਜਿੱਥੇ ਕਿ ਬਹੁਤ ਪੁਰਾਤਨ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਨੇ ਪੰਜਾਬੀ ਵਿੱਚ ਆਪਣੀ ਰਚਨਾ ਜਿਹੜੀ ਹੈ ਉਹ ਕੀਤੀ ਹੈ। ਇਸ ਕਰਕੇ ਇਸ ਇਲਾਕੇ ਦੇ ਜਿਹੜੇ ਲੋਕ ਸਨ ਪਹਿਲਾਂ ਤੋਂ ਹੀ ਦਾਨੀ ਪੁੰਨੀ ਸੂਰਮੇ ਯੋਧੇ ਹੋਇਆ ਕਰਦੇ ਸਨ।
तो ये सारिया गल्लां करके जिहड़ा वो वैष्णो साध सी उसने मन बनाया भी ऐसकी मैं जरूर तुहाडे पिंड चलना। उत्थे जो बाबा अमरदास जी उसनों अपने पिंड लैके आते ने और जो पिंड लैके आते हैं वैष्णो साहब की बढ़ चढ़ के सेवा करते हैं, क्योंकि कोई जिग्यासू कोई रब का प्यारा घर दे विच आया, इस करके प्रोहणियां तो भी ज़्यादा वैष्णो साध की इन्होंने सेवा की। सेवा तो बड़ा प्रसन्न सी, पर नाल उसने गल पूछी भी सेवा बड़ी करते हो और बड़े प्यार नाल सेवा करते हो, पर मैं जिवें गल्लां बातां चलियां होर गल्लां चलनियां सन परिवार दियां बच्चियां दियां, उहदे नाल उस वैष्णो साध ने गल पूछी भी तुहाडे बड़े प्यारे संस्कार हैं, तुहाडा जीवन बड़ा प्यारा है, बड़ी निमरता तुहाडे विच, पर यह गुण गुरु तो बगैर मनुख नूं प्राप्त नहीं हुंदे। तुसीं गुरु किनूं धारण कीता होया? क्यों जीवन विच चंगे गुण गुरु तो बिना प्राप्त नहीं हुंदे। इस करके गुरु धारण करना, गुरु चरनां नाल जुड़ना, इस करके भी आपां जीवन विच चंगियाइयां जिहड़ियां ने वो गुरु पासों सीख सकीए। हुण जदों ये गल्लां होईयां तो बाबा अमरदास जी के मुखों ये भी हो सकता सी कि वो झूठ भी कह सकते सन भी मैं गुरु धारण किया है, पर उन्होंने सहज सुभाव जो सच सी कहा भी मैं तो किसी को गुरु धारण नहीं किया। अजकल तुसीं बहुत सारे लोग वेखो तो कई दिन जी असीं तो गुरु वाले जी, भावें वो गुरु वाले होना ना होना ये उन्होंने पता भी नहीं भी गुरु वाले होना की हुंदा है। उन्होंने कहा जी मैं गुरु धारण नहीं किया। हुण ये गल सुनी तो वैष्णो साध जिहड़ा सी कलप गया, क्योंकि हिंदू ग्रंथां 'च लिखिया है भी जिहड़ा मनुख गुरु धारण नहीं करता, गुरु दीक्षा नहीं लैंदा, गुरु वाला नहीं है, उसदे घर दा प्रसादा पानी छक लैना, उसदे हत्थां नाल पानी भी पी लैना तां मनुख जिहड़ा भ्रष्ट हो जाता है, उसदे जप तप धर्म कर्म सारे खराब हो जाते। जे निगरे दे घर दा पानी पी लिया, जिहड़ा गुरु वाला नहीं, जिन्हें गुरु धारण नहीं किया। प्यार वाले सच जानना, उस वेले जो ये गल उस साध ने सुनी वो लाल ताल हो गया। मैं तो सोचता सी तुसी गुरु वाले हो, तुसी किसी ने गुरु धारण किया होएगा, पर तुसी निगरे हो, गुरु धारण नहीं किया, तो मेरा जिहड़ा धर्म कर्म सी अज तक का वो सारा भ्रष्ट हो गया, क्योंकि मैं एक निगरे मनुख के घर का प्रसादा पानी छक लिया। क्योंकि जिहड़े वैष्णो साध हुंदे सन तकरीबन अपने हत्थी प्रसादा पका के आप छकते सन। और ये असी इतिहास दे विच गुरु नानक पातशाह जी के वेले हरिद्वार की घटना जिहड़ी है उतों आपां प्रेरणा लै सकते हैं कि वो वैष्णो साध आप ही, क्योंकि वो बड़ी सुचमता के नाल खाना पकाउंदा सी, उत्थे लकड़ां धोणियां और जो चौका सुच्चा करना गऊ के गोहे नाल अते लकीर पा देनी और बड़ी सुचमता के नाल सुच पिठ का ख्याल रखते हुए वो प्रसादा तैयार करता सी। ये लोग सुच पिठ नूं बड़े मनते सन, पर जदों उसनूं पता लग्या भी मैं बहुत बड़ी गलती कर बैठा कि एक निगरे मनुख के घर उसदे मिठी मिठी गल्लां विच आके उसकी सेवा नूं देख के उसके दान पुण्य नूं वेख के तो मैं उसके घर आ गया। इस करके भी ये गुरु वाला होएगा, चंगे गुण इस दे विच ने, मैं प्रसादा पानी छक लिया तो मेरा तो सब धर्म कर्म अज तो पहला जो किया वो सारा भ्रष्ट हो गया, पाओ कि किया धर्म कर्म सब व्यर्थ चला गया। इस तरह जो औखा हो के वो वैष्णो साध उस वेले घर तो चला जाता है भी निगरे दे घर नहीं रहना। मैं एक गल याद रखियो भी कोई बड़ी आस लैके घर विच आया होवे और वो मनुख आया होवे जिसनों असी धार्मिक अपना आगू समझते होइए, क्योंकि वैष्णो साध हिंदू धर्म दे, क्योंकि ये अगवाई करते सन, रब ते साधु होंदे सन, थां थां ते जाके हिंदू धर्म का प्रचार प्रसार करते सन। हुण उस बंदे दीयां जिहड़ियां गल्लां ने बाबा अमरदास जी नूं झंझोड़ दिता, सिद्धियां हिरदे नूं बजियां, अणियाले तीर वांग बजियां।
ਇਹਨਾਂ ਗੱਲਾਂ ਨੇ ਬਾਬਾ ਅਮਰਦਾਸ ਜੀ ਨੂੰ ਬੇਚੈਨ ਕਰ ਦਿੱਤਾ, ਮਜਬੂਰ ਕਰ ਦਿੱਤਾ ਗੱਲ ਸੋਚਣ ਤੋਂ ਕਿ ਮੈਂ ਅਜੇ ਤੱਕ, ਕਿਉਂਕਿ ਉਸ ਵੇਲੇ ਬਾਬਾ ਅਮਰਦਾਸ ਜੀ ਉਮਰ 62 ਸਾਲ ਦੀ ਹੋ ਗਈ ਸੀ। 40 ਸਾਲ ਦੀ ਉਮਰ ਤੋਂ ਆਪ ਜੀ ਹਰਿਦੁਆਰ ਜਾਣਾ ਸ਼ੁਰੂ ਕੀਤਾ ਸੀ। 21 ਵਾਰੀ ਆਪ ਜੀ ਹਰਿਦੁਆਰ ਚਲੇ ਗਏ ਸਨ ਔਰ 62 ਸਾਲ ਦੀ ਉਮਰ ਆਪ ਜੀ ਦੀ ਹੋ ਚੁੱਕੀ ਸੀ ਉਸ ਵੇਲੇ ਲਗਭਗ। ਉਸ ਵੇਲੇ ਤੁਸੀਂ ਵੇਖੋ, ਉਸ ਉਮਰ ਦੇ ਵਿੱਚ ਇੱਕ ਪਛਤਾਵਾ ਜੀਵਨ 'ਚ ਜਾਗਿਆ ਵੀ ਮੈਂ ਗੁਰੂ ਧਾਰਨ ਨਹੀਂ ਕੀਤਾ, ਗੁਰੂ ਵਾਲਾ ਨਹੀਂ ਹਾਂ। ਉਸ ਵੇਲੇ ਫਿਰ ਪੂਰੀ ਰਾਤ ਬੇਚੈਨ ਰਹੇ, ਨੀਂਦਰ ਨਾ ਪਈ, ਕਿਉਂਕਿ ਉਹ ਬਚਨ ਵੈਸ਼ਨੂ ਸਾਧ ਦੇ ਅੰਦਰ ਨੂੰ ਖਲ ਰਹੇ ਸਨ, ਬਾਰ ਬਾਰ ਤੰਗ ਕਰ ਰਹੇ ਸਨ, ਤੂੰ ਨਿਗਰਾ ਹੈ, ਤੂੰ ਨਿਗਰਾ ਹੈ, ਤੂੰ ਗੁਰੂ ਵਾਲਾ ਨਹੀਂ। ਔਰ ਬਾਅਦ ਦੇ ਵਿੱਚ ਬਾਬਾ ਅਮਰਦਾਸ ਜੀ ਨੇ ਆਪਣੀ ਬਾਣੀ 'ਚ ਲਿਖਿਆ ਹੈ ਕਿ ਨਿਗਰੇ ਕਾ ਹੈ ਨਾਮ ਬੁਰਾ। ਉਹ ਆਪਣੀ ਬਾਣੀ 'ਚ ਬਚਨ ਲਿਖੇ ਗਏ ਵੀ ਜਿਹੜਾ ਨਿਗਰਾ ਇਨਸਾਨ ਹੈ ਨਾ, ਉਹਦਾ ਨਾਮ ਲੈਣਾ ਵੀ ਮਾੜਾ ਹੈ, ਜਿਹਨੇ ਗੁਰੂ ਧਾਰਨ ਨਹੀਂ ਕੀਤਾ। ਤੇ ਹੁਣ ਤੁਸੀਂ ਸੋਚੋ ਵੀ ਉਹਨਾਂ ਨੂੰ ਉਹ ਬਚਨ ਕਿਤਨੇ ਖਲੇ ਹੋਣਗੇ ਵੀ ਜਦੋਂ ਉਹ ਗੁਰੂ ਬਣੇ ਤੇ ਬਾਣੀ ਉਚਾਰਨ ਕੀਤੀ, ਉਹਨਾਂ ਨੇ ਇਹ ਬਚਨ ਆਪਣੀ ਬਾਣੀ 'ਚ ਦਰਜ ਕੀਤਾ। ਪੂਰੀ ਰਾਤ ਨਿੰਦਰ ਨਾ ਪਈ। ਸਵੇਰ ਦਾ ਵਕਤ ਹੋਇਆ, ਘਰ ਦੇ ਅੰਦਰ ਵੱਡਾ ਬੇੜਾ ਹੈ, ਘਰ ਦੇ ਵਿੱਚ 4 ਭਰਾਤਾ ਰਹਿੰਦੇ ਨੇ ਬਾਬਾ ਅਮਰਦਾਸ ਜੀ ਦੇ। 4 ਭਰਾ ਇਕੱਠੇ ਹੀ ਰਹਿੰਦੇ ਨੇ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਬੱਚੇ ਰਹਿੰਦੇ ਹਨ। ਆਪ ਜੀ ਦੇ ਵੱਡੇ ਭਰਾਤਾ ਦੀ ਨੂੰਹ ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪੁੱਤਰੀ ਸਵੇਰੇ ਅੰਮ੍ਰਿਤ ਵੇਲੇ ਉੱਠੇ ਨੇ, ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਉਹਨਾਂ ਨੇ ਚਾਟੀ ਦੇ ਵਿੱਚ ਦਹੀਂ ਪਾ ਕੇ ਉਹਨੂੰ ਰਿੜਕਣਾ ਸ਼ੁਰੂ ਕੀਤਾ। ਨਾਲ ਨਾਲ ਬੀਬੀ ਅਮਰੋ ਜੀ ਦਹੀਂ ਨੂੰ ਰਿੜਕੀ ਜਾਂਦੇ ਹਨ ਮੱਖਣ ਕੱਢਣ ਵਾਸਤੇ, ਤੇ ਨਾਲ ਨਾਲ ਉੱਚੀ ਆਵਾਜ਼ ਦੇ ਵਿੱਚ ਬਾਣੀ ਪੜ੍ਹੀ ਜਾਂਦੇ ਹਨ। ਪਿਆਰ ਵਾਲਿਓ, ਸੱਚ ਜਾਣਨਾ, ਜਦੋਂ ਉਹਨਾਂ ਨੇ ਬਾਣੀ ਪੜ੍ਹੀ ਔਰ ਉਸ ਬਾਣੀ ਨੇ ਬਾਬਾ ਅਮਰਦਾਸ ਜੀ ਦੇ ਮਨ ਵਿੱਚ ਇਸ ਤਰ੍ਹਾਂ ਦਾ ਖਿਆਲ ਪੈਦਾ ਕਰ ਦਿੱਤਾ, ਕਿਉਂਕਿ ਬੇਚੈਨੀ ਤਾਂ ਅੰਦਰ ਚੱਲ ਰਹੀ ਸੀ, ਪਰ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਵਰਤ ਰਿਹਾ ਵਰਤਾਰਾ ਜਿਹੜਾ ਸੀ ਉਸ ਸ਼ਬਦ ਨੇ ਜਗਾ ਦਿੱਤਾ। ਕਾਇਆ ਆਇਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਵੀ ਕਾਇਆ ਆਇਰਨ ਵਰਗੀ ਬਣੀ ਹੋਈ ਹੈ, ਮਨ ਲੋਹੇ ਵਰਗਾ ਬਣਿਆ ਹੋਇਆ ਹੈ। 5 ਵਿਕਾਰਾਂ ਦੀ ਅੱਗ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਇਸ ਮਨ ਰੂਪੀ ਲੋਹੇ ਨੂੰ ਲੱਗ ਰਹੀ ਹੈ। ਤੇ ਇਹ ਜਿਹੜੇ ਕਾਇਆ ਆਇਰਨ ਵਰਗੀ ਬਣ ਗਈ ਹੈ, ਤਪੀ ਹੋਈ ਹੈ, ਇਹ ਤਾਂ ਮੇਰੇ ਜੀਵਨ ਦੀ ਹਾਲਤ ਹੈ। ਸ਼ਬਦ ਬੜੇ ਧਿਆਨ ਨਾਲ ਸੁਣਿਆ। ਬੀਬੀ ਅਮਰੋ ਨੇ ਵੀ ਉੱਚੀ ਆਵਾਜ਼ ਦੇ ਵਿੱਚ ਸ਼ਬਦ ਪੜ੍ਹਿਆ। ਇਸ ਸ਼ਬਦ ਨੇ ਅੰਦਰ ਦੇ ਹੋਰ ਹਾਲਤ ਨੂੰ ਬਿਆਨ ਕਰ ਦਿੱਤਾ ਵੀ ਅੰਦਰ ਤਾਂ ਹਾਲਤ ਇੱਦਾਂ ਦੀ ਬਣੀ ਹੋਈ ਹੈ ਜੋ ਸ਼ਬਦ ਕਹਿ ਰਿਹਾ ਹੈ। ਹੁਣ ਜਦੋਂ ਪਿਆਰ ਵਾਲਿਓ ਇਹ ਸ਼ਬਦ ਸੁਣਿਆ, ਉਸ ਵੇਲੇ ਤਾਂ ਜਾ ਕੇ ਕੁਛ ਨਾ ਕਿਹਾ, ਬਸ ਪਿਆਰ ਨਾਲ ਸੁਣਦੇ ਰਹੇ। ਜੋ ਬੀਬੀ ਅਮਰੋ ਬਾਣੀ ਪੜ੍ਹਦੀ ਰਹੀ, ਜਿਤਨੀ ਸਮਝ ਆਈ ਬਾਣੀ ਦੀ, ਪਰ ਇਸ ਸ਼ਬਦ ਨੇ ਅੰਦਰ ਨੂੰ ਜ਼ਰੂਰ ਝੰਜੋੜ ਕੇ ਰੱਖ ਦਿੱਤਾ। ਦਿਨ ਚੜ੍ਹਿਆ, ਬੀਬੀ ਅਮਰੋ ਜੀ ਨੂੰ ਪੁੱਛਿਆ, ਧੀਏ ਵੀ ਸਵੇਰੇ ਜਿਹੜੀ ਤੂੰ ਬਾਣੀ ਪੜ੍ਹ ਰਹੀ ਸੀ, ਜਿਹੜਾ ਤੂੰ ਪਾਠ ਕੀਤਾ, ਉਹ ਕੀ ਸੀਗਾ, ਕਿਸ ਦਾ ਉਚਾਰਨ ਕੀਤਾ ਹੋਇਆ, ਕਿਸ ਦੀ ਬਾਣੀ ਹੈ? ਪਰ ਉਸ ਬਾਣੀ ਨੇ ਮੇਰੇ ਅੰਦਰ ਦੀ ਹਾਲਤ ਜਿਹੜੀ ਉਹ ਬਿਆਨ ਕੀਤੀ ਹੈ। ਬੀਬੀ ਅਮਰੋ ਜੀ ਕਹਿਣ ਲੱਗੇ, ਇਹ ਬਾਣੀ ਤਾਂ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੀ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਮੇਰੇ ਪਿਤਾ ਦੇ ਗੁਰੂ ਨੇ, ਤੇ ਹੁਣ ਮੇਰੇ ਪਿਤਾ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਪਦ ਪਦਵੀ ਬਖਸ਼ੀ ਹੈ, ਤੇ ਉਹਨਾਂ ਦੀ ਮੇਰੇ ਕੋਲ ਬਾਣੀ ਹੈ, ਤੇ ਉਹ ਬਾਣੀ ਦਾ ਮੈਂ ਪਾਠ ਕਰਦੀ ਹਾਂ। ਹੁਣ ਮਨ ਦੇ ਅੰਦਰ, ਕਿਉਂਕਿ ਗੁਰੂ ਧਾਰਨ ਕਰਨਾ ਸੀ, ਕਿਉਂਕਿ ਪੂਰੀ ਰਾਤ ਸੋਚਦੇ ਰਹੇ ਹੋਣਗੇ ਕਿਹਨੂੰ ਗੁਰੂ ਧਾਰਨ ਕਰੀਏ, ਕੌਣ ਗੁਰੂ ਹੋਵੇ ਜਿਹੜਾ ਮੇਰਾ ਜੀਵਨ ਨੂੰ ਸਫਲਾ ਕਰ ਦੇਵੇ। ਕਿਉਂਕਿ ਅੱਜ ਦੇ ਵਾਂਗ ਉਸ ਵੇਲੇ ਵੀ ਕੱਚੇ ਗੁਰੂ ਬੜੇ ਸਨ, ਹਰ ਨਗਰ ਨਗਰ ਕੱਚੇ ਗੁਰੂ ਫਿਰਦੇ ਸਨ ਜਿਹੜੇ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਸਨ, ਪਰ ਗੁਰੂ ਵਾਲਾ ਗੁਣ ਕੋਈ ਨਹੀਂ ਸੀ। ਕਿਉਂਕਿ ਗੁਰੂ ਧਾਰਨ ਕਰਨਾ, ਗੁਰੂ ਦਾ ਜੀਵਨ ਹੋਣਾ ਚਾਹੀਦਾ। ਉਹ ਗੁਰੂ ਜਿਹੜਾ ਸਾਨੂੰ ਪਰਮੇਸ਼ਰ ਦੇ ਨਾਲ ਜੋੜ ਸਕੇ, ਉਹ ਗੁਰੂ ਜਿਹੜਾ ਸਾਨੂੰ ਸੱਚਾ ਸੁੱਚਾ ਗਿਆਨ ਦੇ ਸਕੇ,
ਹੁਣ ਇਸ ਤਰ੍ਹਾਂ ਦੀ ਜਦੋਂ ਵਿਚਾਰ ਅੰਦਰ ਪੈਦਾ ਹੋਈ ਤੇ ਇਹ ਗੱਲ ਪਤਾ ਚੱਲੀ ਵੀ ਇਹ ਤਾਂ ਘਰ ਦੇ ਵਿੱਚ ਹੀ ਗੰਗਾ ਵਗ ਰਹੀ ਹੈ ਸਾਡੇ, ਔਰ ਸਾਨੂੰ ਪਤਾ ਨਹੀਂ। ਔਰ ਤੁਸੀਂ ਵੇਖੋ ਕਿ ਬਾਬਾ ਅਮਰਦਾਸ ਜੀ ਨੇ ਪਹਿਲਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨ ਵੀ ਕੀਤੇ ਹਨ। ਜਦੋਂ ਬੀਬੀ ਅਮਰੋ ਦੇ ਵਿਆਹ ਦੇ ਵਿੱਚ ਗਏ ਸਨ ਨਾ, ਉਸ ਵੇਲੇ ਦਰਸ਼ਨ ਵੀ ਕੀਤੇ ਨੇ, ਪਰ ਕੋਈ ਖਿਆਲ ਹੀ ਨਹੀਂ ਸੀ ਵੀ ਇਹ ਗੁਰੂ ਕੋ ਉਸ ਵੇਲੇ ਕੁੜਮਾਚਾਰੀ ਸੀ, ਸਿਰਫ ਵਿਆਹ ਵਾਸਤੇ ਗਏ ਸਨ। ਪਰ ਜਿਵੇਂ ਹੁਣ ਪਤਾ ਲੱਗਿਆ ਵੀ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਪ੍ਰਾਪਤ ਹੋਈ ਹੈ, ਖੰਡੂਰ ਸਾਹਿਬ ਦੇ ਵਿੱਚ ਰਹਿੰਦੇ ਹਨ। ਉਹ ਤਾਂ ਉਹਨਾਂ ਨੂੰ ਪਤਾ ਹੀ ਸੀ ਵੀ ਸਾਡੇ ਬੱਚੇ ਦਾ ਵਿਆਹ ਖੰਡੂਰ ਸਾਹਿਬ ਹੋਇਆ, ਪਰ ਇਹ ਗੱਲ ਦਾ ਨਹੀਂ ਸੀ ਪਤਾ ਵੀ ਗੁਰੂ ਨਾਨਕ ਪਾਤਸ਼ਾਹ ਦੀ ਪਦ ਪਦਵੀ ਦੇ ਮਾਲਕ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ। ਉਸ ਵੇਲੇ ਫਿਰ ਬਾਬਾ ਅਮਰਦਾਸ ਜੀ ਬੀਬੀ ਅਮਰੋ ਨੂੰ ਲੈ ਕੇ ਕੋਈ ਡਿਲੇ ਨਹੀਂ ਕੀਤਾ, ਅਗਲੇ ਦਿਨ ਤੇ ਨਹੀਂ ਛੱਡਿਆ, ਕੱਲ੍ਹ ਦੇਖ ਲਾਂਗੇ, ਪਰਸੋਂ ਦੇਖ ਲਾਂਗੇ। ਜਿਵੇਂ ਆਪਾਂ ਅੱਜ ਕਹੀ ਨਾ ਅੰਮ੍ਰਿਤ ਛਕ ਲਓ, ਤੇ ਅਸੀਂ ਕਹਿੰਦੇ ਕੱਲ੍ਹ ਦੇਖ ਲਾਂਗੇ, ਅੰਮ੍ਰਿਤ ਛਕੇ ਅਗਲੇ ਸਾਲ ਦੇਖ ਲਾਂਗੇ ਜੀ, ਅਜੇ ਤਾਂ ਪੂਰੀ ਜ਼ਿੰਦਗੀ ਪਈ ਹੈ, ਕੋਈ ਨਹੀਂ ਦੇਖ ਲਾਂਗੇ, ਗੁਰੂ ਧਾਰਨ ਕਰ ਲਾਂਗੇ, ਫਿਰ ਕੀ ਹੋਇਆ। ਸਿੱਖ ਨੂੰ ਕਹੋ ਨਾ ਵੀ ਗੁਰੂ ਧਾਰਨ ਕਰ ਲਈਏ, ਦੇਖ ਲਾਂਗੇ ਅਗਲੇ ਸਾਲ ਬਾਬਾ ਜੀ ਦੇਖ ਲਾਂਗੇ, ਅੰਮ੍ਰਿਤ ਫਿਰ ਛਕ ਲਾਂਗੇ। ਮਨ ਬਣਾਉਂਦੇ ਜੀ, ਸਾਡੇ ਮਨ ਹੀ ਨਹੀਂ ਬਣਦੇ, ਪੂਰੀ ਜ਼ਿੰਦਗੀ ਖਤਮ ਹੋ ਜਾਂਦੀ ਪਰ ਮਨ ਹੀ ਨਹੀਂ ਬਣਦਾ ਸਾਡਾ ਗੁਰੂ ਵਾਲੇ ਹੋਣ ਦਾ। ਬਾਬਾ ਅਮਰਦਾਸ ਜੀ ਕਹਿੰਦੇ ਮੈਂ ਅੱਜ ਹੀ ਜਾਣਾ ਗੁਰੂ ਧਾਰਨ ਕਰਨ ਵਾਸਤੇ। ਔਰ ਉੱਥੇ ਫਿਰ ਜੋ ਤੁਰਦੇ ਨੇ ਬਾਬਾ ਅਮਰਦਾਸ ਜੀ ਬੀਬੀ ਅਮਰੋ ਨੂੰ ਲੈ ਕੇ ਜਦੋਂ ਉੱਥੇ ਪਹੁੰਚਦੇ ਹੈ ਤਾਂ ਉੱਥੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਥੋੜ੍ਹੀ ਜਿਹੀ ਹੈਰਾਨੀ ਹੁੰਦੀ ਹੈ ਵੀ ਬੀਬੀ ਅਮਰੋ ਦਾ ਸਗਾ ਸਹੁਰਾ ਨਹੀਂ ਆਇਆ, ਉਹਨਾਂ ਦੇ ਛੋਟੇ ਭਰਾਤਾ ਆਏ ਨੇ, ਪਤਾ ਨਹੀਂ ਕੀ ਗੱਲ ਹੋਈ ਵੀ ਕੋਈ ਬੀਬੀ ਅਮਰੋ ਨੇ ਕੋਈ ਗਲਤੀ ਕਰ ਦਿੱਤੀ, ਸਾਡੀ ਧੀ ਕੋਲੋਂ ਕੋਈ ਗਲਤੀ ਹੋ ਗਈ, ਵੀ ਕੋਈ ਸ਼ਿਕਾਇਤ ਲੈ ਕੇ ਆਏ ਨੇ। ਮਨ ਵਿੱਚ ਤਾਂ ਇਹੀ ਹੁੰਦਾ ਨਾ ਜੀ, ਡਾਊਟ ਹੋਇਆ। ਬਾਬਾ ਅਮਰਦਾਸ ਗੁਰੂ ਅੰਗਦ ਦੇਵ ਜੀ ਮਹਾਰਾਜ ਉੱਠ ਕੇ ਆਏ ਬਾਬਾ ਅਮਰਦਾਸ ਜੀ ਨੂੰ ਮਿਲਣ ਵਾਸਤੇ, ਕਿਉਂਕਿ ਕੁੜਮ ਲੱਗਦੇ ਨੇ ਰਸਤੇ ਵਿੱਚ ਅਤੇ ਜੱਫੀ ਪਾ ਕੇ ਮਿਲਣਾ ਚਾਹੁੰਦੇ ਨੇ। ਪਰ ਇਹਨਾਂ ਜੀ ਆਪ ਜੱਫੀ ਖੋਲ੍ਹਦੇ ਨੇ, ਉਹਨਾਂ ਚਿਰ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਔਰ ਅੱਖਾਂ ਦੇ ਨੀਰ ਨਾਲ ਉਹਨਾਂ ਦੇ ਚਰਨ ਧੋ ਦਿੰਦੇ ਨੇ। ਇਤਨੇ ਰੋਏ, ਇਤਨੇ ਅੱਖਾਂ ਵਿੱਚੋਂ ਬੈਰਾਗ ਦੇ ਅਥਰੂ ਵਗੇ, ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਠਾਲ ਕੇ ਆਪਣੀ ਛਾਤੀ ਨਾਲ ਲਾਇਆ, ਪੁੱਛਿਆ ਤੁਸੀਂ ਸਾਡੇ ਕੁੜਮ ਲੱਗਦੇ ਹੋ, ਔਰ ਇਹ ਰੋਣ ਦਾ ਕੀ ਕਾਰਨ? ਆਖਣ ਲੱਗੇ ਮੈਂ ਅੱਜ ਕੁੜਮਾਚਾਰੀ ਕਰਨ ਵਾਸਤੇ ਨਹੀਂ ਆਇਆ, ਮੈਂ ਤਾਂ ਅੱਜ ਤੁਹਾਨੂੰ ਗੁਰੂ ਧਾਰਨ ਕਰਨ ਵਾਸਤੇ ਆਇਆ। ਔਰ ਬੀਬੀ ਅਮਰੋ ਦੇ ਰਾਹੀਂ ਮੈਨੂੰ ਪਤਾ ਚੱਲਿਆ, ਇਸ ਕਰਕੇ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ, ਤੁਸੀਂ ਮੇਰੇ ਉੱਤੇ ਤਰਸ ਕਰੋ, ਮੈਨੂੰ ਆਪਣਾ ਸੇਵਕ ਬਣਾ ਲਓ, ਮੈਨੂੰ ਆਪਣਾ ਸਿੱਖ ਬਣਾ ਲਓ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ, ਆਪਣੀ ਗਲਵੱਕੜੀ ਵਿੱਚ ਲੈ ਲਿਆ, ਔਰ ਬੀਬੀ ਅਮਰੋ ਜੀ ਕਹਿੰਦੇ ਵਾਪਸ ਆ ਗਏ ਅਤੇ ਗੁਰੂ ਅਮਰਦਾਸ ਮਹਾਰਾਜ ਗੁਰੂ ਦੀ ਸੇਵਾ ਵਿੱਚ ਲੱਗੇ। ਵਿੱਚ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਪਿੰਡ ਭੇਜ ਦਿੰਦੇ ਵੀ ਜੋ ਆਪਣਾ ਸਾਡਾ ਕੰਮ ਹੈ ਉਹ ਕੰਮ ਵੀ ਕਰੋ, ਪਰ ਘਰ ਆ ਕੇ ਬਾਬਾ ਅਮਰਦਾਸ ਜੀ ਦਾ ਮਨ ਨਾ ਲੱਗਦਾ ਅਤੇ ਆਪ ਜੀ ਸੇਵਾ 'ਚ ਹਾਜ਼ਰ। ਉਹ ਲਗਾਤਾਰ ਫਿਰ ਕਹਿੰਦੇ ਨੇ 12 ਸਾਲ ਗਾਗਰ ਪਾਣੀ ਦੀ ਭਰ ਕੇ ਲਿਆਣਾ ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਇਸ਼ਨਾਨ ਕਰਾਉਣਾ, ਹਰ ਰੋਜ਼ ਦੀ ਇੱਕ ਕਿਰਿਆ ਬਣ ਗਈ। ਗੁਰੂ ਕੀ ਬਾਣੀ ਪੜ੍ਹਨੀ। ਮੈਂ ਇੱਕ ਬੇਨਤੀ ਕਰਦਾ ਹੁੰਦਾ, ਕਈ ਵਾਰੀ ਕੀ ਹੁੰਦਾ, ਕੇਵਲ ਅਸੀਂ ਇੱਕ ਗੱਲ ਨੂੰ ਲੈ ਕੇ ਚੱਲਦੇ ਹਾਂ, 12 ਸਾਲ ਕੇਵਲ ਗਾਗਰ ਨਾਲ ਇਸ਼ਨਾਨ ਹੀ ਨਹੀਂ ਕਰਾਇਆ, ਤਨ ਦਾ ਪਿੰਡ ਸੇਵਾ ਹੀ ਨਹੀਂ ਕੀਤੀ। ਬਾਬਾ ਅਮਰਦਾਸ ਜੀ ਨੇ ਬਾਣੀ ਨੂੰ ਵੀ ਚੰਗੀ ਤਰ੍ਹਾਂ ਆਪਣੇ ਜੀਵਨ ਦਾ ਆਧਾਰ ਬਣਾਇਆ, ਕਿਉਂਕਿ ਬਾਣੀ ਤੋਂ ਬਿਨਾਂ ਅਤੇ ਇਤਿਹਾਸ ਤੋਂ ਬਿਨਾਂ ਸਾਡਾ ਜੀਵਨ ਸਫਲਾ ਨਹੀਂ ਹੋਣਾ। ਸੇਵਾ ਵੀ ਚਾਹੀਦੀ ਅਤੇ ਸਿਮਰਨ ਵੀ ਚਾਹੀਦਾ। ਸਿੱਖੀ ਵਿੱਚ ਦੋਨੋਂ ਚੀਜ਼ਾਂ ਦੀ ਮਹਾਨਤਾ ਹੈ, ਕਿਉਂਕਿ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ, ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਸ ਨਾ ਵਸਾਏ, ਹਰ ਸੇਤੀ ਮਨ ਰਵਰਿਆ, ਸੱਚਾ ਰਿਹਾ ਸਮਾਏ, ਨਾਨਕ ਹੋਮ ਬਲਿਹਾਰੀ ਤਿਨ ਕੋ ਜੋ ਚੱਲਣ ਸਤਿਗੁਰ ਪਾਏ। ਸੇਵਾ ਵੀ ਕੀਤੀ, ਬਾਣੀ ਦਾ ਵੀ ਗਹਿਨ ਅਧਿਐਨ ਕੀਤਾ, ਬਾਣੀ ਦੀ ਵਿਚਾਰਧਾਰਾ ਵਿੱਚ ਆਪਣੇ ਆਪ ਨੂੰ ਢਾਲਿਆ, ਕਿਉਂਕਿ ਇੱਥੇ ਤਾਂ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾਵੈ, ਤੇ ਬਿਨ ਸਤਿਗੁਰ ਸੁਖ ਕਰੇ ਨਾ ਪਾਵੈ ਭਾਈ, ਫਿਰ ਪਛੋਤਾਵੈ, ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲਵਿਖ ਦੁਖ ਉਤਰੇ, ਆਪੇ ਮੇਲ ਮਿਲਾਈ। ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ ਵੀ ਗੁਰੂ ਦੇ ਹੁਕਮ ਵਿੱਚ ਜਿਹੜਾ ਆ ਜਾਂਦਾ ਉਹੀ ਗੁਰੂ ਨੂੰ ਪ੍ਰਵਾਨ ਹੈ। ਹੁਕਮ ਦੇ ਵਿੱਚ ਹਰ ਭਗਤ ਤੋਂ ਆਪਣੇ ਆਪ ਨੂੰ ਢਾਲਿਆ, ਔਰ 62 ਸਾਲ ਦੀ ਉਮਰ ਵਿੱਚ ਸੇਵਾ ਕਰਦੇ 74 ਸਾਲ ਦੀ ਉਮਰ ਹੋ ਗਈ। ਤੁਸੀਂ ਵੇਖੋ ਕਿ
ਗੁਰੂ ਮਹਾਰਾਜ ਜੀ ਨੇ ਇਹ ਸੇਵਾ ਕੀਤੀ 12 ਸਾਲ। ਔਰ ਉਸ ਉਮਰ ਵਿੱਚ ਜਦੋਂ ਬੰਦਾ ਕਹਿੰਦਾ ਮੈਂ ਰਿਟਾਇਰ ਹੋ ਗਿਆ, ਵੀ ਹੁਣ ਤਾਂ ਮੈਂ ਕੋਈ ਪਾਠ ਕਰਨ ਜੋਗਾ ਨਹੀਂ, ਹੁਣ ਮੈਂ ਸੇਵਾ ਕਰਨ ਜੋਗਾ ਨਹੀਂ, ਹੁਣ ਮੇਰੇ ਕੋਲੋਂ ਕੁਛ ਨਹੀਂ ਹੁੰਦਾ। ਪਰ ਉਸ ਉਮਰ ਦੇ ਵਿੱਚ ਸਾਨੂੰ ਇੱਕ ਬਹੁਤ ਵੱਡੀ ਪ੍ਰੇਰਨਾ ਹੈ। ਜਦੋਂ ਅਸੀਂ ਕਹਿੰਦੇ ਵੀ ਸਾਡੇ ਕੋਲੋਂ ਤਾਂ ਹੁਣ ਜੀ ਬੈਠ ਨਹੀਂ ਹੁੰਦਾ ਜੀ, ਅਸੀਂ ਤਾਂ ਜੋ ਪਾਠ ਨਹੀਂ ਕਰ ਸਕਦੇ, ਹੁਣ ਤਾਂ ਸੇਵਾ ਨਹੀਂ ਕਰ ਸਕਦੇ। ਬਾਬਾ ਜੀ ਨੇ ਉਸ ਉਮਰ ਦੇ ਵਿੱਚ ਸੇਵਾ ਕੀਤੀ ਔਰ ਉਸ ਉਮਰ ਵਿੱਚ ਸੇਵਾ ਕਰਕੇ ਆਪ ਜੀ ਨੇ ਕਹਿੰਦੇ ਉਸ ਦਿਨ ਡਿੱਗੇ ਜੁਲਾਈ ਦੀ ਖੱਡੀ ਵਿੱਚ। ਤੇ ਜੁਲਾਈ ਨੇ ਪੁੱਛਿਆ ਕੀ ਹੋਇਆ? ਕਹਿੰਦੇ ਉਹੀ ਅਮਰੂ ਨਿਥਾਵਾ ਹੋਵੇਗਾ। ਉਸ ਦਿਨ ਬਾਬਾ ਅਮਰਦਾਸ ਨੇ ਆਖਿਆ ਸੀ, ਹਾਂ ਮੈਂ ਨਿਥਾਵਾਂ ਸੀ, ਨਿਗਰਾ ਸੀ, ਪਰ ਅੱਜ ਨਾ ਮੈਂ ਨਿਥਾਵਾਂ ਰਿਹਾ ਨਾ ਨਿਗਰਾ ਰਿਹਾ, ਮੈਂ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰੂ ਧਾਰਨ ਕੀਤਾ ਹੋਇਆ। ਉਸ ਦਿਨ ਫਿਰ ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪੁੱਛਿਆ, ਪੁਰਖਾ ਅੱਜ ਕੀ ਹੋਇਆ? ਕਹਿੰਦੇ ਕੁਛ ਨਹੀਂ ਹੋਇਆ ਮਹਾਰਾਜ। ਕਹਿੰਦੇ ਨਹੀਂ, ਕੁਛ ਤੇ ਹੋਇਆ, ਦੱਸ। ਫਿਰ ਸਾਰੀ ਗੱਲ ਦੱਸੀ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਿਹਾ ਵੀ ਮੈਂ ਕਦੋਂ ਦੀ ਉਡੀਕ ਕਰਦਾ ਸੀ ਤੂੰ ਟਿੱਕੇ, ਤੇ ਮੈਂ ਆਪਣੇ ਛਾਤੀ ਨਾਲ ਤੈਨੂੰ ਲਾਵਾਂ। ਗੁਰੂ ਸਾਹਿਬ ਜੀ ਨੇ ਗੁਰਗੱਦੀ ਬਖਸ਼ਿਸ਼ ਕਰ ਦਿੱਤੀ। 1552 ਈਸਵੀ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਗੱਦੀ ਪ੍ਰਾਪਤ ਹੋਈ। ਆਪ ਜੀ 22 ਸਾਲ 1574 ਤੱਕ ਗੁਰਗੱਦੀ 'ਤੇ ਬਿਰਾਜਮਾਨ ਰਹੇ। ਉਹਨਾਂ 22 ਸਾਲਾਂ ਦੇ ਵਿੱਚ ਆਪ ਨੇ ਗੋਇੰਦਵਾਲ ਸਾਹਿਬ ਨਗਰ ਦੀ ਉਸਾਰੀ, ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਔਰ ਆਪ ਜੀਆਂ ਨੇ 17 ਰਾਗਾਂ ਵਿੱਚ 19 ਰਾਗ ਬਾਬੇ ਨਾਨਕ ਜੀ ਨੇ ਉਚਾਰਨ ਕੀਤੇ ਸਨ, 17 ਰਾਗ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਨ ਕੀਤੇ। ਤੇ ਅੱਜ ਦੇ ਦਿਨ ਬਾਬਾ ਅਮਰਦਾਸ ਜੀ ਜੋਤੀ ਜੋਤ ਸਮਾਏ। ਜਦੋਂ ਜੋਤੀ ਜੋਤ ਸਮਾਏ ਤੇ ਉਹਨਾਂ ਨੇ ਉਸ ਵੇਲੇ ਦੀ ਸਾਰੀ ਕਿਰਿਆ ਦਾ ਜ਼ਿਕਰ ਜਿਹੜਾ ਉਹ ਰਾਮਕਲੀ ਸਦ ਵਿੱਚ, ਉਹ ਬੜਾ ਪੜ੍ਹਨ ਵਾਲਾ ਸਬਜੈਕਟ ਹੈ। ਵੀ ਜਦੋਂ ਬਾਬਾ ਅਮਰਦਾਸ ਜੀ ਨੇ ਇਹ ਸਾਰਾ ਉਪਦੇਸ਼ ਬਖਸ਼ਿਆ, ਕਹਿੰਦੇ ਨੇ ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਵੀ ਮੇਰੇ ਜਾਣ ਪਿੱਛੋਂ ਕਿਸ ਨੇ ਰੋਣਾ ਨਹੀਂ ਹੈ, ਕਿਸ ਨੇ ਕੀਰਨੇ ਨਹੀਂ ਪਾਣੇ, ਸਗੋਂ ਮੇਰੇ ਪਿੱਛੇ ਕੀਰਤਨ ਕਰਿਓ ਨਿਰਵਾਨ ਜੀਓ, ਕੇਸੋ ਗੋਪਾਲ ਪੰਡਿਤ ਸਾਧਿਓ, ਹਰ ਹਰ ਕਥਾ ਪੜ੍ਹੈ ਪ੍ਰਾਨ ਜੀਓ। ਗੁਰੂ ਬਾਬਾ ਜੀ ਨੇ ਜੋ ਉਪਦੇਸ਼ ਬਖਸ਼ਿਆ ਰਾਮਕਲੀ ਸਦ ਬਾਣੀ ਦੇ ਵਿੱਚ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਮਹਾਰਾਜ ਦੇ ਉਹ ਲਾਸਟ ਵੇਲੇ ਦੇ ਬਚਨ ਉਹ ਦਰਜ ਕੀਤੇ ਹੋਏ ਹਨ। ਔਰ ਬੜਾ ਸਾਫ ਸੁਥਰਾ ਸਪਸ਼ਟ ਉਪਦੇਸ਼ ਹੈ ਕਿ ਸਿੱਖ ਨੇ ਮਰਨ ਦੀ ਕਿਰਿਆ ਕਿਵੇਂ ਕਰਨੀ ਹੈ। ਇਹ ਰਾਮਕਲੀ ਸਦ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ। ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਇਹ ਉਪਦੇਸ਼ ਬਖਸ਼ਿਸ਼ ਕਰਕੇ ਸਿੱਖਾਂ ਨੂੰ ਸਮਝਾ ਕੇ ਇਹ ਪਿੱਛੇ ਪਰਮਾਤਮਾ ਦੀ ਕੀਰਤੀ ਕਰਿਓ, ਕਿਸੇ ਨੇ ਰੋਣਾ ਨਹੀਂ ਹੈ। ਉਸ ਤੋਂ ਬਾਅਦ ਗੁਰਸਿੱਖਾਂ ਨੂੰ ਸੱਦਿਓ, ਜਿਹੜੇ ਗੁਰਸਿੱਖ ਹਰੀ ਪਰਮਾਤਮਾ ਦੀ ਕਥਾ ਕਰਨ, ਰੱਬ ਦੀ ਸਿਫਤ ਸਲਾਹ ਕਰਨ। ਉਹੀ ਵਾਸਤੇ ਕਹਿੰਦੇ ਪੁਰਾਣ ਦੀ ਕਥਾ ਹੈ, ਹੋਰ ਪੁਰਾਣ ਦੀ ਗਰੁੜ ਪੁਰਾਣ ਦੀ ਕਥਾ ਨਾ ਕਰਾਉਣਾ। ਇਹ ਸਾਰੇ ਉਪਦੇਸ਼ ਗੁਰੂ ਬਾਬੇ ਜੀ ਨੇ ਕਲੀਅਰ ਕੀਤੇ। ਸਿੱਖ ਧਰਮ ਵਿੱਚ ਕੋਈ ਗਰੁੜ ਪੁਰਾਣ ਦੀ ਕਥਾ ਨਹੀਂ ਮਰਨ ਤੋਂ ਬਾਅਦ। ਸਿੱਖ ਧਰਮ ਦੇ ਅੰਦਰ ਕੋਈ ਸਰਾਧ ਦੀ ਗੱਲ ਨਹੀਂ ਹੈ। ਸਿੱਖ ਧਰਮ ਤੋਂ ਬਾਅਦ ਕੋਈ ਸਲਾਣੇ ਦੀ ਗੱਲ ਨਹੀਂ ਹੈ। ਮਾਫ਼ ਕਰਨਾ, ਸਿੱਖ ਧਰਮ ਇਹਨਾਂ ਸਾਰੀਆਂ ਗੱਲਾਂ ਤੋਂ ਸਾਨੂੰ ਰਵਾਇਤਾਂ ਤੋਂ ਬਚਾਉਂਦਾ। ਇਹ ਗੱਲ ਵੱਖਰੀ ਹੈ ਕਿ ਸਿੱਖ ਵੀ ਅੱਜ ਸਰਾਧ ਕਰਦਾ ਹੈ। ਔਰ ਇਹ ਉਪਦੇਸ਼ ਕੱਲ੍ਹ ਆਪ ਜੀਆਂ ਨਾਲ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਰਵਾਇਤਾਂ ਵਿੱਚ ਪੈ ਗਏ ਔਰ ਸੱਚ ਨੂੰ ਛੱਡ ਕੇ ਔਰ ਗੁਰੂ ਉਪਦੇਸ਼ ਤੋਂ ਬਾਗੀ ਹੋ ਕੇ ਅਸੀਂ ਜੋ ਜਿਉਂਦੇ ਜੀ ਸਾਨੂੰ ਕਰਨਾ ਚਾਹੀਦਾ ਸੀ। ਸਿੱਖੀ ਜਿਹੜੀ ਉਹ ਜਿਉਂਦੇ ਜੀ ਕਮਾਉਣ ਵਾਲਾ ਧਰਮ ਹੈ। ਜਿਉਂਦੇ ਜੀ ਇੱਕ ਦੂਜੇ ਨੂੰ ਸੁੱਖ ਦੇਣ ਵਾਲਾ ਧਰਮ ਹੈ। ਮਰਨ ਤੋਂ ਬਾਅਦ ਕਿਸੇ ਨੂੰ ਤੁਸੀਂ ਭਾਵੇਂ ਸੋਨੇ ਦੇ ਛੱਤਰ 'ਚ ਲਾ ਦਿਓ, ਗੁਰਮਤਿ ਨੇ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕੀਤਾ। ਵੀ ਕੋਈ ਸਾਡਾ ਮਰ ਗਿਆ ਬਜ਼ੁਰਗ ਤੇ ਅਸੀਂ ਉਹਦੇ ਵਾਸਤੇ ਇਹ ਦਾਨ ਕਰ ਦਈਏ, ਉਹ ਕਰ ਦਈਏ। ਗੁਰਮਤਿ ਨੇ ਇਹਨਾਂ ਚੀਜ਼ਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ। ਸੋ ਪਿਆਰ ਵਾਲਿਓ, ਆਪਾਂ ਜਿਉਂਦੇ ਜੀ ਗੁਰਮਤਿ ਦਾ ਸਿਧਾਂਤ ਕਮਾਈਏ, ਆਪਣੇ ਵੱਡਿਆਂ ਦੀ ਸੇਵਾ ਕਰੀਏ ਤੇ ਬਾਬੇ ਅਮਰਦਾਸ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ ਉਸ ਉਪਦੇਸ਼ ਦੀ ਕਮਾਈ ਕਰੀਏ। ਫਿਰ ਸਾਡੇ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰ ਆਪੇ ਮਿਲੇ। ਇਤਨੇ ਬਚਨ ਪ੍ਰਵਾਨ। ਅੱਜ ਬਾਬਾ ਅਮਰਦਾਸ ਜੀ ਹੁਣਾਂ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਕੋਟ ਕੋਟ ਨਮਨ ਮਹਾਰਾਜ ਦੇ ਚਰਨਾਂ 'ਚ। ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਜੋ ਸਾਡੇ ਲਈ ਪੂਰਨੇ ਪਾਏ ਨੇ, ਅਸੀਂ ਉਹਨਾਂ ਦੇ ਪਾਏ ਪੂਰਨਿਆਂ ਤੋਂ ਚੱਲੀਏ, ਸਾਡਾ ਜੀਵਨ ਸਫਲਾ ਹੋਵੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ।